Good morning, 7th class. My name is Mandeep Kaur from Guru Hargobind Public High School, Fatehgarh. This is part 2 video for your second chapter. The chapter name is Institutional Representation of Democracy. So continue with the chapter. First है जी elections. Elections ਕੀ ਹੁੰਦੇ ਆ ਬੇਟਾ? ਸਾਰੇ ਬੱਚਿਆਂ ਨੂੰ ਪਤਾ ਹੈ ਇਲੈਕਸ਼ਨ ਕੀ ਹੁੰਦੇ ਆ ਜਦੋਂ ਵੋਟਸ ਪੈਂਦੀਆਂ ਨੇ ਵੋਟਸ ਕਹਿੰਦੇ ਇਲੈਕਸ਼ਨਸ ਆਰ ਦਾ ਪ੍ਰੋਸੈਸ ਬਾਈ ਵਿਚ ਦਾ ਸਿਟੀਜ਼ਨਸ ਆਫ ਅ ਡੈਮੋਕ੍ਰੇਸੀ ਸਿਲੈਕਟ ਔਰ ਚੂਜ਼ ਦੇਅਰ ਰਿਪਰੈਜ਼ੈਂਟੇਟਿਵ ਕਹਿੰਦੇ ਇਲੈਕਸ਼ਨ ਉਹ ਪ੍ਰੋਸੈਸ ਹੁੰਦਾ ਉਹ ਵਾਲਾ ਮੈਥਡ ਹੁੰਦਾ ਉਹ ਵਾਲਾ ਜ਼ਰੀਆ ਹੁੰਦਾ ਜਦੋਂ ਜਿਹੜੇ ਸਿਟੀਜ਼ਨਸ ਨੇ ਨਾਗਰਿਕ ਨੇ ਕਿਸੇ ਵੀ ਕੰਟਰੀ ਦੇ ਜਾਂ ਡੈਮੋਕ੍ਰੇਸੀ ਦੇ ਠੀਕ ਹੈ ਜੀ ਉਹ ਕੀ ਕਰਦੇ ਆ ਆਪਣਾ ਜਿਹੜਾ ਰਿਪਰੈਜ਼ੈਂਟੇਟਿਵ ਹੁੰਦਾ ਨੇਤਾ ਵੀ ਉਹਨੂੰ ਚੁਣਦੇ ਆ The elected representative from different parts of the country meet in a body called the assembly or parliament. ਕੀ ਕਹਿੰਦੇ ਆ ਜੀ ਕਹਿੰਦੇ ਜਿਹੜਾ ਇਲੈਕਟਡ ਰਿਪਰੈਜ਼ੈਂਟੇਟਿਵ ਹੁੰਦਾ ਇਲੈਕਟਡ ਰਿਪਰੈਜ਼ੈਂਟੇਟਿਵ ਦਾ ਮਤਲਬ ਹੁੰਦਾ ਹੈ ਚੁਣਿਆ ਹੋਇਆ ਜਿਹੜਾ ਨੇਤਾ ਹੈ ਚਾਹੇ ਉਹ ਦੇਸ਼ ਦੇ ਕਿਸੇ ਵੀ ਪਾਰਟ ਦੇ ਵਿੱਚ ਰਹਿੰਦਾ ਹੈ ਠੀਕ ਹੈ ਜੀ ਉਹ ਕੀ ਕਰਦਾ ਅਸੈਂਬਲੀ ਦੇ ਵਿੱਚ ਕੀ ਕਰਦਾ ਪਾਰਟਿਸਿਪੇਟ ਕਰਦਾ ਉੱਥੇ ਮਿਲਦਾ ਜਾਂ ਫਿਰ ਕਹਿ ਲਓ ਪਾਰਲੀਮੈਂਟ ਦੇ ਵਿੱਚ ਫॉर ਅ ਡੈਮੋਕ੍ਰੇਸੀ ਟੂ ਬੀ ਸਕਸੈਸਫੁਲ ਹਾਂਜੀ ਕਹਿੰਦੇ ਜੇਕਰ ਆਪਾਂ ਡੈਮੋਕ੍ਰੇਸੀ ਦੀ ਸਫਲਤਾ ਚਾਹੁੰਦੇ ਹਾਂ ਇਲੈਕਸ਼ਨਸ ਹੈਵ ਟੂ ਬੀ ਕੰਡਕਟ ਇਨ ਅ ਲਾਫੁਲ ਵੇ ਤਾਂ ਜਿਹੜੇ ਇਲੈਕਸ਼ਨਸ ਨੇਗੇ ਉਹ ਕਿੱਦਾਂ ਆਪਾਂ ਨੂੰ ਕਹਿੰਦੇ ਕੰਡਕਟ ਕਰਾਉਣੇ ਚਾਹੀਦੇ ਆ ਇੱਕ ਕਾਨੂੰਨੀ ਰਸਤੇ ਦੇ ਨਾਲ ਕਰਾਉਣੇ ਚਾਹੀਦੇ ਆ ਠੀਕ ਹੈ ਜੀ ਕਹਿੰਦੇ ਡੈਮੋਕ੍ਰੇਸੀਜ਼ ਰਨ ਔਨ ਦਾ ਪ੍ਰਿੰਸੀਪਲ ਆਫ 1 ਵੋਟ ਪਰ ਪਰਸਨ ਕਹਿੰਦੇ ਜਿਹੜੀ ਡੈਮੋਕ੍ਰੇਸੀ ਦੀ ਸਰਕਾਰ ਆ ਲੋਕਾਂ ਦੀ ਸਰਕਾਰ ਹੈ ਕਿੱਦਾਂ ਚੱਲਦੀ ਹੈ ਇਹ ਕਹਿੰਦੇ ਇਹਦਾ ਇੱਕ ਸਿਧਾਂਤ ਆ ਵੀ ਇੱਕ ਬੰਦਾ ਇੱਕ ਵੋਟ ਈਚ ਸਿਟੀਜ਼ਨਸ ਹੈਜ਼ ਓਨਲੀ 1 ਵੋਟ ਮਤਲਬ ਹਰ ਇੱਕ ਨਾਗਰਿਕ ਦੀ ਇੱਕ ਵੋਟ ਹੈ ਇੱਦਾਂ ਨਹੀਂ ਹੈ ਕਿ ਇੱਕ ਨਾਗਰਿਕ ਹੈ ਉਹ 2 ਵੋਟਾਂ ਪਾਏਗਾ ਨਹੀਂ ਜੀ ਉਹਦੀ ਇੱਕ ਹੀ ਵੋਟ ਹੋਏਗੀ ਐਂਡ ਆਲ ਵੋਟਰਸ ਹੈਵ ਦਾ ਸੇਮ ਵੈਲਿਊ ਜਿੰਨੇ ਵੀ ਵੋਟਰ ਨੇ ਹਰ ਇੱਕ ਦੀ ਵੋਟ ਦੀ ਵੈਲਿਊ ਹੈ ਜਿਹੜੀ ਸੇਮ ਹੋਏਗੀ 2 ਪਰਸਨ ਨੇ ਚਾਹੇ ਕੋਈ ਅਮੀਰ ਆ ਚਾਹੇ ਗਰੀਬ ਆ ਉਹਨਾਂ ਦੀ ਜਿਹੜੀ ਵੋਟ ਦੀ ਵੈਲਿਊ ਹੈ ਉਹ ਸੇਮ ਹੋਊਗੀ ਅਮੀਰ ਦੀ ਵੀ ਇੱਕ ਗਿਣੀ ਜਾਏਗੀ ਗਰੀਬ ਦੀ ਵੀ ਇਨ ਇੰਡੀਆ ਐਨੀ ਸਿਟੀਜ਼ਨਸ ਹੂ ਹੈਜ਼ ਅਟੇਨ ਦੀ ਏਜ ਆਫ 18 ਇਜ਼ ਐਲੀਜੀਬਲ ਟੂ ਵੋਟ ਕਹਿੰਦੇ ਭਾਰਤ ਦੇ ਵਿੱਚ ਜਿਹੜਾ ਇਨਸਾਨ 18 ਸਾਲ ਦਾ ਹੋ ਜਾਂਦਾ ਉਹਨੂੰ ਵੋਟ ਕਰਨ ਦਾ ਅਧਿਕਾਰ ਹੈ ਠੀਕ ਹੈ ਜੀ ਕਹਿੰਦੇ ਐਕਸੈਪਟ ਅ ਪਰਸਨ ਆਫ ਅਨਸਾਊਂਡ ਮਾਈਂਡ ਫਨ ਕਨਵਿਕਟਡ ਫॉर ਅ ਕ੍ਰਾਈਮ ਕਹਿੰਦੇ ਸਿਰਫ ਉਹ ਲੋਕ ਨਹੀਂ ਵੋਟ ਪਾ ਸਕਦੇ ਜਿਵੇਂ ਕਿਸੇ ਦਾ ਮਾਈਂਡ ਹੈ ਜਿਹੜਾ ਠੀਕ ਹੈ ਉਹ ਨਹੀਂ ਸਹੀ ਹੈਗਾ ਜਾਂ ਕਿਸੇ ਨੇ ਕੋਈ ਕਾਨੂੰਨੀ ਜੁਰਮ ਕੀਤਾ ਹੈ ਠੀਕ ਹੈ ਜੀ ਕਾਨੂੰਨੀ ਜੁਰਮ ਕੀਤਾ ਉਹਨੂੰ ਵੋਟ ਦਾ ਅਧਿਕਾਰ ਨਹੀਂ ਹੈ ਜੀ ਇਲੈਕਸ਼ਨਸ ਹੈਵ ਟੂ ਬੀ ਹੈਲਡ ਐਟ ਰੈਗੂਲਰ ਇੰਟਰਵਲਸ ਜਿਹੜੇ ਇਲੈਕਸ਼ਨ ਹੁੰਦੇ ਆ ਕਹਿੰਦੇ ਇਹ ਰੈਗੂਲਰ ਟਾਈਮ ਦੇ ਬਾਅਦ ਹੁੰਦੇ ਆ ਇੱਦਾਂ ਨਹੀਂ ਕਿ ਕਦੇ 3 ਇਅਰਸ ਬਾਅਦ ਕਰਵਾ ਲਏ ਕਦੇ 10 ਇਅਰਸ ਦੇ ਬਾਅਦ ਹੀ ਕਰਵਾ ਲਏ ਇਹਨਾਂ ਦਾ ਟਾਈਮ ਪੀਰੀਅਡ ਫਿਕਸ ਆ ਰੈਗੂਲਰ ਟਾਈਮ 'ਤੇ ਹੁੰਦੇ ਆ ਸਮ ਕੰਟਰੀਜ਼ ਹੋਲਡ ਦੈਮ ਐਵਰੀ 5 ਇਅਰਸ ਕੁਛ ਕੁ ਕੰਟਰੀਜ਼ ਇੱਦਾਂ ਕਰਦੀਆਂ ਨੇ ਵੀ ਹਰ 5 ਸਾਲ ਬਾਅਦ ਇਲੈਕਸ਼ਨ ਕਰਾ ਲੈਂਦੀਆਂ ਨੇ ਵਾਈਲ ਸਮ ਹੋਲਡ ਦੈਮ ਐਵਰੀ 4 ਔਰ 6 ਇਅਰਸ ਕੁਛ ਕੰਟਰੀਜ਼ ਇੱਦਾਂ ਕਰਦੀਆਂ ਨੇ ਵੀ ਜਾਂ ਤਾਂ ਉੱਥੇ 4 ਸਾਲਾਂ ਬਾਅਦ ਇਲੈਕਸ਼ਨ ਹੁੰਦੇ ਆ ਜਾਂ ਫਿਰ 6 ਸਾਲਾਂ ਬਾਅਦ ਇਲੈਕਸ਼ਨ ਹੁੰਦੇ ਆ ਦੋਜ਼ ਇਨ ਪਾਵਰ ਕੈਨ ਨਾਟ ਸਟੇ ਔਨ ਇਨ ਆਫਿਸ ਵਿਦਾਊਟ ਬੀਂਗ ਰੀ-ਇਲੈਕਟਡ ਫॉर ਅ ਫਰੈਸ਼ ਟਰਮ ਕੀ ਕਹਿੰਦੇ ਆ ਕਹਿੰਦੇ ਜਿਹੜੇ ਲੋਕ ਪਾਵਰ ਦੇ ਵਿੱਚ ਹੁੰਦੇ ਨੇ ਜਿਹੜੇ ਨੇ ਇਲੈਕਸ਼ਨ ਜਿੱਤੇ ਹੁੰਦੇ ਆ ਠੀਕ ਹੈ ਜੀ ਉਹ ਕਹਿੰਦੇ ਆਫਿਸ ਦੇ ਵਿੱਚ ਦੁਬਾਰਾ ਤੋਂ ਸਟੇ ਨਹੀਂ ਕਰ ਸਕਦੇ ਜਿੰਨਾ ਟਾਈਮ ਕੀ ਹੈ ਮੰਨ ਲਓ ਉਹਨਾਂ ਦੇ 5 ਸਾਲ ਕੰਪਲੀਟ ਹੋ ਗਏ ਜਾਂ 4 ਸਾਲ ਕੰਪਲੀਟ ਹੋ ਗਏ ਠੀਕ ਹੈ ਜੀ ਉਹ ਦੁਬਾਰਾ ਪਾਵਰ ਦੇ ਵਿੱਚ ਤਾਂ ਹੀ ਆਉਣਗੇ ਜੇਕਰ ਉਹਨਾਂ ਨੇ ਦੁਬਾਰਾ ਇਲੈਕਸ਼ਨ ਲੜੇ ਆ ਜਾਂ ਫਿਰ ਫਰੈਸ਼ ਟਰਮ ਦੇ ਨੇਗੇ ਨਵੀਂ ਟਰਮ ਦੇ ਇਲੈਕਸ਼ਨਸ ਨੇ ਇਨ ਇੰਡੀਆ ਇਲੈਕਸ਼ਨਸ ਆਰ ਹੈਲਡ ਵਨਸ ਅ 5 ਈਅਰ ਭਾਰਤ ਦੇ ਵਿੱਚ 5 ਸਾਲਾਂ ਬਾਅਦ ਇੱਕ ਵਾਰ ਇਲੈਕਸ਼ਨ ਹੁੰਦੇ ਆ ਇਹਨਾਂ ਨੂੰ ਜਨਰਲ ਇਲੈਕਸ਼ਨ ਦਾ ਨਾਮ ਦਿੱਤਾ ਗਿਆ ਮਤਲਬ ਜਿਹੜੇ 5 ਸਾਲ ਬਾਅਦ ਹੁੰਦੇ ਆ ਸਮਟਾਈਮਸ ਵੈਨ ਅ ਮੈਂਬਰ ਆਫ ਪਾਰਲੀਮੈਂਟ ਔਰ ਸਟੇਟ ਲੈਜਿਸਲੇਚਰ ਡਾਈਜ਼ ਇਨ ਆਫਿਸ ਕਈ ਵਾਰ ਕੀ ਹੁੰਦਾ ਮੈਂਬਰ ਹੈ ਪਾਰਲੀਮੈਂਟ ਦਾ ਠੀਕ ਹੈ ਜੀ ਜਾਂ ਵਿਧਾਨ ਸਭਾ ਦਾ ਕੀ ਕਰਦਾ ਕਹਿੰਦੇ ਅਗਰ ਉਹਦੀ ਡੈਥ ਹੋ ਜਾਂਦੀ ਆ ਉਸ ਟਾਈਮ ਪੀਰੀਅਡ ਦੇ ਵਿੱਚ 5 ਸਾਲਾਂ ਦੌਰਾਨ ਜਾਂ ਫਿਰ ਉਹ ਰਿਜ਼ਾਈਨ ਦੇ ਦਿੰਦਾ ਅਸਤੀਫਾ ਦੇ ਦਿੰਦਾ ਤਾਂ ਇਲੈਕਸ਼ਨਸ ਆਰ ਹੈਲਡ ਇਨ ਹਿਜ਼ ਔਰ ਹਰ ਕੌਂਸਟੀਟਿਊਂਸੀ ਬਿਫੋਰ ਦੀ ਕੰਪਲੀਸ਼ਨ ਆਫ 5 ਈਅਰਸ ਤਾਂ ਕੀ ਕਰਦੇ ਆ ਕਹਿੰਦੇ ਉਹਦੇ ਲਈ ਦੁਬਾਰਾ ਇਲੈਕਸ਼ਨ ਹੁੰਦੇ ਆ ਉਸ ਪੋਸਟ ਦੇ ਲਈ ਠੀਕ ਹੈ ਜੀ 5 ਸਾਲ ਕੰਪਲੀਟ ਕਰਨ ਤੋਂ ਪਹਿਲਾਂ ਤਾਂ ਇੱਦਾਂ ਦੇ ਇਲੈਕਸ਼ਨਸ ਨੂੰ
ਦਿਸ ਇਜ਼ ਕਾਲਡ ਅ ਬਾਈ ਇਲੈਕਸ਼ਨ, ਇਹਨਾਂ ਨੂੰ ਬਾਈ ਇਲੈਕਸ਼ਨ ਕਹਿੰਦੇ ਆ। ਔਨ ਦਾ ਅਦਰ ਹੈਂਡ, if for certain reason the president or the advice of prime minister, ਕਹਿੰਦੇ ਕਈ ਵਾਰ ਕੀ ਹੁੰਦਾ ਹੈ, ਕੋਈ ਹੋਰ ਰੀਜ਼ਨ ਵੀ ਹੁੰਦਾ ਹੈ। ਫਸਟ ਡੈਥ ਵਾਲਾ ਸੀਗਾ, ਮਤਲਬ ਉਹ ਤੋਂ ਪਹਿਲਾਂ, ਮਤਲਬ 5 ਸਾਲ ਤੋਂ ਪਹਿਲਾਂ ਅਗਰ ਕਿਸੇ ਦੀ ਡੈਥ ਹੋ ਜਾਂਦੀ, ਦੁਬਾਰਾ ਇਲੈਕਸ਼ਨ ਹੁੰਦੇ ਆ, ਬਾਈ ਇਲੈਕਸ਼ਨ ਕਹਿੰਦੇ ਆ ਜੀ। ਸੈਕਿੰਡ ਹੈ ਹੋਰ ਰੀਜ਼ਨ ਕੀ ਹੈ, ਜੇਕਰ ਪ੍ਰੈਜ਼ੀਡੈਂਟ ਸਾਹਿਬ ਨੇ ਜਿਹੜੇ ਆਪਣੇ, ਠੀਕ ਹੈ ਜੀ, ਪ੍ਰਾਈਮ ਮਿਨਿਸਟਰ ਦੀ ਐਡਵਾਈਸ ਲੈਣ, ਉਹ ਪ੍ਰਧਾਨ ਮੰਤਰੀ ਦੀ ਐਡਵਾਈਸ ਦੇ ਨਾਲ ਕੀ ਕਰਨ, ਲੋਕ ਸਭਾ ਦੇ ਵਿੱਚ ਜਾਂ ਫਿਰ ਸਟੇਟ ਅਸੈਂਬਲੀ ਦੇ ਵਿੱਚ ਇਲੈਕਸ਼ਨ ਕੰਡਕਟ ਕਰਵਾ ਲੈਣ ਟਾਈਮ ਤੋਂ ਪਹਿਲਾਂ, ਮਤਲਬ 5 ਸਾਲਾਂ ਤੋਂ ਪਹਿਲਾਂ, ਤਾਂ ਇੱਦਾਂ ਦੇ ਇਲੈਕਸ਼ਨਸ ਨੂੰ ਕਿਹੜੇ ਕਿਹਾ ਜਾਂਦਾ ਜੀ, ਮਿਡ ਟਰਮ ਇਲੈਕਸ਼ਨਸ। ਇੱਦਾਂ ਦੇ ਇਲੈਕਸ਼ਨਸ ਨੂੰ ਕਿਹੜੇ ਕਿਹਾ ਜਾਂਦਾ, ਮਿਡ ਟਰਮ ਇਲੈਕਸ਼ਨਸ। ਆਲ ਪਾਰਟੀਜ਼ ਐਂਡ ਕੈਂਡੀਡੇਟਸ ਹੂ ਆਰ ਕੰਟੈਸਟਿੰਗ, ਜਾਂ ਫਿਰ ਕਹਿ ਲਓ ਮਤਲਬ ਉਹ ਸਾਰੀਆਂ ਪਾਰਟੀਆਂ ਜਾਂ ਫਿਰ ਕੈਂਡੀਡੇਟ ਲੋਕ ਜਿਹੜੇ ਕੀ ਕਰ ਰਹੇ ਆ, ਇਲੈਕਸ਼ਨਾਂ ਦੇ ਵਿੱਚ ਪਾਰਟੀਸਪੇਟ ਕਰ ਰਹੇ ਨੇ, ਜਿਹੜੇ ਨੇਤਾ ਉੱਠੇ ਹੁੰਦੇ ਆ ਕੈਂਡੀਡੇਟ, ਠੀਕ ਹੈ ਜੀ, ਉਹ ਕੀ ਕਰਦੇ ਨੇ, ਕਹਿੰਦੇ ਇੱਕ ਦੂਜੇ ਨਾਲ ਕੰਪੀਟੀਸ਼ਨ ਕਰਦੇ ਨੇ ਇਲੈਕਸ਼ਨਸ ਦੇ ਵਿੱਚ। ਹੈਵ ਦਾ ਰਾਈਟ ਟੂ, ਹਾਂਜੀ, ਕੰਪੇਨੀਅਨ ਫਰੀਲੀ, ਤਾਂ ਉਹ ਫਰੀਲੀ ਆਪਣੀ ਕੰਪੇਨੀਅਨ ਕਰ ਸਕਦੇ ਆ। ਕੰਪੇਨੀਅਨ ਦਾ ਮਤਲਬ ਕੀ ਹੁੰਦਾ, ਕਹਿੰਦੇ ਦੈਟ ਇਜ਼ ਟੂ ਪ੍ਰੈਜੈਂਟ ਦੇਅਰ ਪ੍ਰਪੋਜ਼ਲਸ ਟੂ ਦੀ ਵੋਟਰ ਆਈਦਰ ਪਰਸਨਲੀ ਔਰ ਥਰੂ ਦੀ ਮਾਸ ਮੀਡੀਆ, ਤਾਂ ਉਹ ਕੀ ਆ, ਲੋਕਾਂ ਦੇ ਸਾਹਮਣੇ ਜਾ ਕੇ ਆਪਣੇ ਪ੍ਰਪੋਜ਼ਲ ਰੱਖਦੇ ਆ ਕਿ ਜੀ ਅਗਰ ਅਸੀਂ ਜਿੱਤਦੇ ਹਾਂ, ਅਸੀਂ 5 ਸਾਲਾਂ ਦੇ ਵਿੱਚ ਇਹ ਕਰਾਂਗੇ, ਅਸੀਂ ਇਹ ਕਰਾਂਗੇ। ਵੋਟ ਮਤਲਬ ਦੱਸਦੇ ਆ ਲੋਕਾਂ ਨੂੰ ਜਿਹੜੇ ਵੋਟ ਪਾਉਂਦੇ ਆ, ਜ਼ਿਆਦਾ ਪਰਸਨਲੀ ਜਾ ਕੇ ਦੱਸਦੇ ਨੇ, ਜਾਂ ਫਿਰ ਉਹ ਕੀ ਕਰਦੇ ਆ, ਮਤਲਬ ਮਾਸ ਮੀਡੀਆ TV 'ਤੇ ਜਿੱਦਾਂ ਆਉਂਦੀਆਂ ਨੇ ਐਡਸ, ਠੀਕ ਹੈ ਜੀ, ਫੋਨ 'ਤੇ ਆਉਂਦੀਆਂ ਨੇ ਐਡਸ, ਰੇਡੀਓ 'ਤੇ ਮਤਲਬ ਆਉਂਦੀਆਂ ਨੇ, ਉਹਨਾਂ ਦੇ ਥਰੂ ਦੱਸਦੇ ਆ। ਇਲੈਕਟਡ ਰਿਪਰੈਜ਼ੈਂਟੇਟਿਵ ਐਟ ਦਾ ਨੈਸ਼ਨਲ and local level are expected to listen to the people and respond to their needs and suggestions। ਕੀ ਕਹਿੰਦੇ ਆ ਜੀ, ਕਹਿੰਦੇ ਜਿਹੜੇ ਇਲੈਕਟਡ ਰਿਪਰੈਜ਼ੈਂਟੇਟਿਵ ਹੁੰਦੇ ਆ, ਜਿਹੜੇ ਚੁਣੇ ਹੋਏ ਨੇਤਾ ਹੁੰਦੇ ਆ, ਨੈਸ਼ਨਲ ਲੈਵਲ 'ਤੇ ਜਾਂ ਲੋਕਲ ਲੈਵਲ 'ਤੇ ਕਈ ਵਾਰ ਆਪਾਂ ਚੁਣ ਲੈਂਦੇ ਹਾਂ, ਠੀਕ ਹੈ ਜੀ। ਕਹਿੰਦੇ ਕੀ ਕੀਤਾ ਜਾਂਦਾ, ਮਤਲਬ ਲੋਕ ਇਹ ਵਿਸ਼ਵਾਸ ਰੱਖਦੇ ਹੈ ਕਿ ਉਹ ਕੀ ਕਰਨਗੇ, ਕਹਿੰਦੇ ਉਹਨਾਂ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨਗੇ, ਉਹਨਾਂ ਦੀਆਂ ਸਲਾਹਾਂ ਦਾ ਰਿਸਪੌਂਡ ਦੇਣਗੇ, ਜਿੱਥੇ ਉਹਨਾਂ ਨੂੰ ਜ਼ਰੂਰਤ ਆ ਨੇਤਾ ਉਹਨਾਂ ਦਾ ਕੰਮ ਕਰਨਗੇ। ਅੱਗੇ ਹੈ ਜੀ ਰਿਕੁਆਇਰਮੈਂਟ ਫॉर ਦੀ ਫੇਅਰ ਇਲੈਕਸ਼ਨ, ਹਾਂਜੀ, ਅਗਰ ਇਲੈਕਸ਼ਨ ਫੇਅਰ ਕਰਵਾਉਣੇ ਆ ਤਾਂ ਉਹਦੇ ਲਈ ਕੀ ਰਿਕੁਆਇਰਮੈਂਟਸ ਨੇਗੀਆਂ। ਆਲ ਸਿਟੀਜ਼ਨ ਸ਼ੁੱਡ ਹੈਵ ਓਨਲੀ 1 ਵੋਟ, ਹਰ ਇੱਕ ਨਾਗਰਿਕ ਦੀ ਇੱਕ ਵੋਟ ਹੋਏਗੀ, ਅਤੇ ਜਿੰਨੀਆਂ ਵੀ ਵੋਟਸ ਨੇਗੀਆਂ, ਠੀਕ ਹੈ ਜੀ, ਉਹਨਾਂ ਦੀ ਵੈਲਿਊ ਸੇਮ ਹੋਏਗੀ। ਇਫ ਪੀਪਲ ਹੈਵ ਟੂ ਵੋਟ, ਅਗਰ ਲੋਕ ਵੋਟ ਕਰਦੇ ਆ, ਦੇ ਸ਼ੁੱਡ ਹੈਵ ਚੋਇਸ, ਮਤਲਬ ਉਹਨਾਂ ਦੇ ਕੋਲ ਆਪਣੀ ਕੀ ਆ, ਚੋਇਸ ਹੁੰਦੀ ਆ, ਠੀਕ ਹੈ ਜੀ, ਆਪਣੀ ਪਸੰਦ ਹੁੰਦੀ ਹੈ ਕਿ ਉਹਨਾਂ ਨੇ ਵੋਟ ਕਿਹਨੂੰ ਕਰਨਾ। ਇਨ ਇੰਡੀਆ ਵੀ ਹੈਵ ਮੈਨੀ ਪੋਲੀਟੀਕਲ ਪਾਰਟੀਜ਼, ਭਾਰਤ ਦੇ ਵਿੱਚ ਆਪਣੇ ਕੋਲੇ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਜ਼ ਨੇ, ਐਂਡ ਕੈਂਡੀਡੇਟ ਟੂ ਚੂਜ਼ ਫਰੋਮ, ਅਤੇ ਆਪਣੇ ਕੋਲੇ ਨੇਤਾ ਵੀ ਹੈਗਾ, ਉਹਨਾਂ 'ਚੋਂ ਕਿਹੜੀ ਪਾਰਟੀ ਨੂੰ ਆਪਾਂ ਨੇ ਚੂਜ਼ ਕਰਨਾ ਹੈ। ਦਿਸ ਮੇਕਸ ਆਰ ਡੈਮੋਕ੍ਰੇਸੀ ਟਰੂ ਐਂਡ ਵਾਈਬਰੈਂਟ, ਕਹਿੰਦੇ ਇਹਨੇ ਹੀ ਸਾਡੀ ਡੈਮੋਕ੍ਰੇਸੀ ਨੂੰ ਸਹੀ ਬਣਾਇਆ ਹੋਇਆ, ਇੱਕ ਠੀਕ ਪ੍ਰੋਪਰ ਵੇ ਦਿੱਤਾ ਹੋਇਆ। ਇਲੈਕਸ਼ਨ ਸ਼ੁੱਡ ਵੀ ਹੈਲਡ ਰੈਗੂਲਰਲੀ, ਹਾਂਜੀ, ਇਲੈਕਸ਼ਨਸ ਕੀ ਹੋਣੇ ਚਾਹੀਦੇ ਆ, ਰੈਗੂਲਰ ਹੋਣੇ ਚਾਹੀਦੇ, ਜਿੰਨਾ ਵੀ ਟਾਈਮ ਪੀਰੀਅਡ ਰੱਖਿਆ, ਜਿਵੇਂ ਆਪਣੇ 5 ਈਅਰਸ ਦੇ ਬਾਅਦ ਹੁੰਦੇ ਆ, ਤਾਂ ਹਰ ਵਾਰ 5 ਈਅਰਸ ਦੇ ਬਾਅਦ ਹੀ ਹੋਣੀ ਚਾਹੀਦੀ ਹੈ। ਇਹ ਨਹੀਂ ਇੱਕ ਵਾਰ 5 ਈਅਰਸ ਦੇ ਬਾਅਦ ਹੋ ਗਏ ਅਤੇ ਇੱਕ ਵਾਰ ਆਪਣੇ 15 ਜਾਂ 20 ਈਅਰਸ 'ਚ ਹੋ ਰਹੇ ਆ। ਇਲੈਕਸ਼ਨ ਸ਼ੁੱਡ ਬੀ ਕੰਡਕਟਡ ਇਨ ਐਨ ਐਟਮੋਸਫੀਅਰ ਫਰੀ ਆਫ ਫੀਅਰ ਔਰ ਵਾਇਲੈਂਸ, ਮਤਲਬ ਜਿਹੜੇ ਇਲੈਕਸ਼ਨਸ ਨੇ ਇੱਦਾਂ ਦੇ ਵਾਤਾਵਰਨ ਦੇ ਵਿੱਚ ਹੋਣੇ ਚਾਹੀਦੇ ਆ ਜਿੱਥੇ ਕੋਈ ਡਰ ਨਹੀਂ ਹੈਗਾ, ਕੋਈ ਲੜਾਈ ਨਹੀਂ ਹੈਗੀ, ਠੀਕ ਹੈ ਜੀ। ਦੇਅਰ ਸ਼ੁੱਡ ਬੀ ਨੋ ਕੰਪਲਸ਼ਨ ਔਨ ਦਾ ਵੋਟਰਸ ਟੂ ਵੋਟ ਫॉर ਅ ਪਾਰਟੀਕੂਲਰ ਕੈਂਡੀਡੇਟ, ਜਿੱਥੇ ਕੀ ਆ ਲੋਕਾਂ ਦੇ ਉੱਪਰ ਕੋਈ ਦਬਾਅ ਨਹੀਂ ਹੋਣਾ ਚਾਹੀਦਾ, ਉਹਨਾਂ ਨੂੰ ਕੋਈ ਕੰਪਲਸ਼ਨ ਨਹੀਂ ਹੋਣੀ ਚਾਹੀਦੀ, ਕੋਈ ਉਹਨਾਂ ਨੂੰ ਡਰ ਨਹੀਂ ਹੋਣਾ ਚਾਹੀਦਾ ਕਿ ਜਿਹੜੀ ਉਹਨਾਂ ਨੇ ਇੱਕ ਮਤਲਬ ਇਸੇ ਪਾਰਟੀ ਦੇ ਮੈਂਬਰ ਨੂੰ ਹੈ ਜਿਹੜਾ ਵੋਟ ਕਰਨਾ ਹੈ, ਜਾਂ ਫਿਰ ਇਹ ਪਾਰਟੀ ਨੂੰ ਵੋਟ ਕਰਨਾ ਹੈ, ਇਹ ਉਹਨਾਂ 'ਤੇ ਕੋਈ ਪ੍ਰੈਸ਼ਰ ਨਹੀਂ ਹੋਣਾ ਚਾਹੀਦਾ।